मैं अपनी गल उत्थे शुरू करता हूँ। कई गल्लां मेरे वर्गे कई होणगे, मेरे नाल अज भी हुंदा तजर्बा। मैं 50 दा होण वाला, पर मेरे नाल अज भी हो जाता तो मैनूं अजीब नहीं लगता। तो मैनूं ऐ हुंदा भी हुण तां मैं कई बारी रंग दा भी नहीं, चिट्टी भी रखी हुई है ताकि बंदे नूं पता लग जे, इशारा ही है भी ये शरीर इन्ने साल लई हो गए होणगे फिरदे नूं भी तूं किहड़ा पहिलां कहण वाला। सो अज भी मुंडे कुड़ियां कह दिंदे ने, अज भी किसी ने एक ने इशारा जाके कहना भाजी ये कहना फोटो खिचाउणा है, कहना मैं क्या भी इत्थे किवें खिचाएगा, राणा दा फिर देखना ਜਾਂ नहीं आए जी। मैं क्या अच्छा अच्छा, मैं चलो आ गया। ਉਹ ਆਪਣੀ ਜਾਣ ਦੇ ਵਿੱਚ ਉਹਨਾਂ ਨੇ ਸ਼ਾਇਦ ਨਵੀਂ ਗੱਲ ਕੀਤੀ ਸੀ, ਪਰ ਉਹਨੂੰ ਇਹ ਨਹੀਂ ਪਤਾ ਕਿ ਇਸ ਗੱਲ ਨਾਲ ਮੇਰਾ ਜਿਹੜਾ ਬਹੁਤ ਜ਼ਿਆਦਾ ਸਖਤ ਵਾਸਤਾ ਪਿਆ ਹੋਇਆ ਉਹ 7ਵੀਂ ਕਲਾਸ ਤੋਂ ਪਿਆ ਹੋਇਆ। ਸੋ 7ਵੀਂ ਕਲਾਸ ਤੁਸੀਂ ਲਾ ਲਓ, ਆਪਾਂ ਮੁੜ ਜਾਂਦੇ ਹਾਂ 81 ਦੇ ਵਿੱਚ, 81 82 ਦੇ ਵਿੱਚ। ਸੋ ਇੰਨੇ ਸਾਲਾਂ ਤੋਂ ਮੈਂ ਸੁਣ ਰਿਹਾ ਤਾਂ ਹੁਣ ਮੇਰੇ ਲਈ ਕੋਈ ਨਵੀਂ ਗੱਲ ਨਹੀਂ। ਹੁਣ ਤਾਂ ਜਦੋਂ ਕੋਈ ਬਹੁਤ ਵੱਖਰੀ ਜੀ ਗੱਲ ਕਹਿ ਦਿੰਦਾ ਉਦੋਂ ਅਜੀਬ ਲੱਗਦੀ ਹੈ। ਸੋ ਮੈਂ ਗੱਲ ਇਹ ਸ਼ੁਰੂ ਕਰਦਾ ਹੁੰਦਾ ਕਿ ਬਹੁਤ ਲੋਕ ਹੋਣਗੇ ਇੱਥੇ ਆਪਣੇ ਰੰਗ ਵੰਨ ਨੂੰ ਲੈ ਕੇ, ਜਾਤ ਨਸਲ ਨੂੰ ਲੈ ਕੇ, ਕੱਦ ਕਾਠ ਨੂੰ ਲੈ ਕੇ, ਸਰੀਰ ਦੀ ਬਣਤਰ ਨੂੰ ਲੈ ਕੇ ਜਿਨ੍ਹਾਂ ਨੂੰ ਮਜ਼ਾਕ ਹੁੰਦੇ ਹੋਣੇ ਆ। ਜੇ ਕਿਸੇ ਨੂੰ ਨਹੀਂ ਹੁੰਦਾ ਤਾਂ ਫਿਰ ਬਹੁਤ ਵਡਭਾਗਾ ਹੈ ਤੇ ਸ਼ਾਇਦ ਕਿਸੇ ਵੱਖਰੀ ਦੁਨੀਆ ਦੇ ਵਿੱਚ ਰਹਿ ਰਿਹਾ, ਕਿਸੇ ਵੱਖਰੇ ਗ੍ਰਹਿ ਦੇ ਉੱਤੇ ਰਹਿ ਰਿਹਾ। ਕਿਉਂਕਿ ਸਾਡੇ ਗ੍ਰਹਿ ਦੇ ਬੰਦਿਆਂ ਨੂੰ, ਸਾਡੀ ਧਰਤੀ ਦੇ ਬੰਦਿਆਂ ਨੂੰ ਇਹ ਵਰਦਾਨ ਹੈ ਤੇ ਸਾਡੀ ਇਹ ਜਨਮ ਸਿੱਧ ਅਧਿਕਾਰ ਹੈ ਕਿ ਅਸੀਂ ਜਿਹੜੀ ਚੀਜ਼ ਦੇ ਵਿੱਚ ਜਿਹਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਮਜ਼ਾਕ ਉਡਾਉਣ ਦੇ ਵਿੱਚ ਸਾਨੂੰ ਸਵਾਦ ਹੀ ਬਾਹਲਾ ਆਉਂਦਾ, ਬਾਹਲਾ ਨਜ਼ਾਰਾ ਆਉਂਦਾ, ਸਾਨੂੰ ਖੁਸ਼ੀ ਮਿਲਦੀ ਆ ਅੰਦਰੋਂ। ਸੋ ਇਹ ਖੁਸ਼ੀ ਮੇਰੇ ਨਾਲਦਿਆਂ ਨੂੰ ਨਾ 7ਵੀਂ ਜੀ ਕਲਾਸ 'ਚ ਮਿਲਣ ਲੱਗ ਗਈ ਸੀ। ਕਿਉਂਕਿ ਜਿੱਡਾ ਕੁ ਮੈਂ ਅੱਜ ਆ ਨਾ, ਐਡਾ ਕਿ ਮੈਂ 7ਵੀਂ 'ਚ ਸੀ। 7ਵੀਂ ਕਲਾਸ ਤੋਂ ਬਾਅਦ ਮੇਰਾ ਕੱਦ ਜਵਾਬ ਦੇ ਗਿਆ ਵੀ ਇਦੋਂ ਬਾਅਦ ਭਾਈ ਸਾਹਿਬ ਆਪ ਹੀ ਚੱਲੋ ਅੱਗੇ, ਅਸੀਂ ਨਹੀਂ ਤੁਹਾਡੇ ਨਾਲ ਜਾ ਸਕਦੇ। ਸੋ ਕੱਦ ਤਾਂ ਨਹੀਂ ਨਾਲ ਆਇਆ, ਪਰ ਕਈ ਲੋਕ ਨਾਲ ਹੋਲੇ ਮਜ਼ਾਕ ਦੇ ਸਿਲਸਿਲੇ ਵਿੱਚ। ਸੋ 7ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਇਹ ਰਿਹਾ ਵੀ ਬਚੀ ਓਏ ਬੌਣਾ ਜਾਂ ਦੇਖਦਾ ਨਹੀਂ, ਤੂੰ ਤਾਂ ਨਾਨਕਿਆਂ ਦੀ ਪੰਜੀਰੀ ਦਾ ਮੁੱਲ ਵੀ ਨਹੀਂ ਮੋੜਿਆ, 1.5 ਗਿੱਠ ਹੈ ਨਾ, ਤੈਨੂੰ ਚਕਾ ਕੇ ਪਾਣੀ ਪਿਆ ਦੀਏ, ਤੇਰੇ ਲਈ ਘਰ ਦੇ ਘਰ ਵਾਲੀ ਕਿਵੇਂ ਲੱਭਣਗੇ, ਤੇਰੀ ਬਹੂ ਕਿਵੇਂ ਲੱਭਣਗੇ ਹੈਂ, ਫਿਰ ਤੇਤੋਂ ਤੇਰੀ ਛੋਟੀ ਬਹੂ ਹੋਊਗੀ, ਫਿਰ ਤੁਹਾਡੇ ਜਵਾਕ, ਫਿਰ ਤੇਰੇ ਜਵਾਕਾਂ ਦੇ ਜਵਾਕ ਤਾਂ ਦਿਖੇ ਹੀ ਨਹੀਂ ਕਰਨੇ। ਮਤਲਬ ਇਸ ਤਰ੍ਹਾਂ ਦੇ ਮਜ਼ਾਕ। ਟੀਚਰ ਨੇ ਵੀ ਕਲਾਸ 'ਚ ਕਹਿਣਾ, ਮੇਰਾ ਖੜਾ ਸੁਣਾ ਰਿਹਾ, ਰਾਣੇ ਖੜਾ ਹੋ, ਮੇਰੇ ਵਰਗੇ ਨੇ ਕਹਿਣਾ ਮਾਸਟਰ ਜੀ ਖੜੇ ਹੀ ਆ, ਖੜੇ ਬੈਠੇ ਇੱਕੋ ਜੀ ਲੱਗਦੇ ਆ, ਬੈਂਚ 'ਤੇ ਖੜਾ ਹੋ ਕੇ ਸੁਣਾ। ਹੁਣ 45-50 ਦੀ ਕਲਾਸ ਦੇ ਵਿੱਚ ਕੋਈ ਟੀਚਰ ਕਹਿ ਰਿਹਾ ਕਿ ਬੈਂਚ 'ਤੇ ਖੜਾ ਹੋ ਕੇ ਸੁਣਾ। ਸਾਰੀ ਕਲਾਸ ਹੱਸ ਰਹੀ ਹੈ ਅਤੇ ਉਹਨੂੰ ਦਿਨ ਦੇ ਵਿੱਚ 50 ਵਾਰ 60 ਵਾਰ ਆਂਢ ਗੁਆਂਢ 'ਚੋਂ, ਟੀਚਰ ਤੋਂ, ਕਲਾਸ ਫੈਲੋ ਤੋਂ ਇਸ ਤਰ੍ਹਾਂ ਦੇ ਕਮੈਂਟ ਸੁਣਨੇ ਪੈ ਰਹੇ ਨੇ, ਬੈਡ ਕਮੈਂਟ। ਅਤੇ ਬੰਦਾ ਖਿਜਣ ਲੱਗ ਜਾਂਦਾ, ਸੜੀਅਲ ਮੱਚਿਆ ਜਿਹਾ ਹੋ ਜਾਂਦਾ ਹੈ। ਜਿਹੜਾ ਬੰਦਾ 5ਵੀਂ ਕਲਾਸ ਤੱਕ, 6ਵੀਂ ਕਲਾਸ ਤੱਕ ਪੜ੍ਹਾਈ 'ਚ ਚੰਗਾ ਹੈ, 7ਵੀਂ ਦੇ ਵਿੱਚ ਉਹ 55% 'ਤੇ ਆ ਜਾਂਦਾ, ਫਿਰ ਉਹ 54% 'ਤੇ ਚਲਾ ਜਾਂਦਾ, ਫਿਰ ਉਹ 53% 'ਤੇ ਚਲਾ ਜਾਂਦਾ, ਫਿਰ ਉਹ 11ਵੀਂ 'ਚ ਜਾ ਕੇ ਫੇਲ ਹੋ ਜਾਂਦਾ, ਫਿਰ 12ਵੀਂ 'ਚ ਜਾ ਕੇ ਉਹਦੀ ਰੀਪੇਅਰ ਆ ਜਾਂਦੀ ਹੈ। ਫਿਰ ਉਹਨੂੰ ਲੱਗਦਾ ਹੈ ਕਿ ਦੁਨੀਆ ਖਤਮ ਹੋ ਜੇ, ਇਹ ਪੜ੍ਹਾਈ ਕਿਉਂ ਮੇਰੇ ਪੱਲੇ ਪੈ ਗਈ, ਇਹ ਮੇਰੇ ਮਾਂ ਬਾਪ ਦੇ ਕਿਹੜੇ ਕਰਮਾਂ ਦਾ ਫਲ ਹੈ ਕਿ ਮੈਂ ਕੱਦ ਮੇਰਾ ਐਡਾ ਕੁ ਰਹਿ ਗਿਆ। ਜਿਉਂ ਫਿਰ ਗੁਰਦੁਆਰਿਆਂ ਦੇ ਵਿੱਚ ਮੰਗਲਵਾਰ ਨੂੰ ਹਨੂੰਮਾਨ ਮੂਹਰੇ ਜਿਉਂ ਮੱਥੇ ਘਸਾਏ ਜਾ ਕੇ 100 ਰੁਪਏ ਦੀ ਦੇਗ ਸੁੱਖ ਕੇ, ਮੱਸਿਆ ਸੁੱਖ ਕੇ, ਬਾਬਾ ਜੀ ਕੱਦ ਵਧਾ ਦਿਓ, ਹੋਏ ਰੱਬਾ ਕੱਦ ਵਧਾ ਦੇ। ਫਿਰ ਐਂ ਲੱਗਿਆ ਕਰੇ ਕੁੜੀਆਂ ਨੂੰ ਲੰਬੀਆਂ ਨੂੰ ਦੇਖ ਕੇ, ਮੁੰਡਿਆਂ ਨੂੰ ਦੇਖ ਕੇ ਮੌਤ ਪਿਆ ਕਰੇ ਵੀ ਇਹ ਕਿੱਥੋਂ ਸਾਹਮਣੇ ਆ ਗਏ। ਲੰਬਿਆਂ ਨਾਲ ਜੈਲਸੀ ਹੋਇਆ ਕਰੇ, ਐਂ ਲੱਗਿਆ ਕਰੇ ਸੋਹਣੀ ਕੁੜੀ ਦਾ ਕੋਈ ਸੁਪਨਾ ਹੀ ਹੋ ਗਈ, ਜ਼ਿੰਦਗੀ 'ਚ ਮਿਲਣੀ ਵੀ ਨਹੀਂ, ਮੈਨੂੰ ਤਾਂ ਕੋਈ ਬੌਣੀ ਜੀ ਮਿਲੂਗੀ, ਇੰਨੀ ਛੋਟੀ ਜਿਹੀ ਮਿਲੂਗੀ, ਸਾਡੇ ਜਵਾਕ ਦਿਖੇ ਹੀ ਨਹੀਂ ਕਰਨੇ। ਅਜੀਬ ਹੀ ਸੁਪਨਾ। ਕਿਸੇ ਨਾਲ ਖੇਡਣ ਨੂੰ ਜੀ ਨਾ ਕਰਿਆ ਕਰੇ, ਕਬੱਡੀ ਖੇਡਣ ਵਾਜਿਆ ਕਰੀਏ, ਉਹਦੇ ਤੂੰ ਸਰੀਰ ਦੇਖ ਨਾਲੇ ਕਬੱਡੀ ਦੇਖ। ਬੈਡਮਿੰਟਨ ਖੇਡਣ ਚਲਿਆ ਕਰੀਏ ਵੀ ਰੈਕਟ, ਉਹ ਰੈਕਟ ਜਿੱਡਾ ਦਾ ਤੂੰ ਆਪ ਐ ਕਿੱਥੋਂ ਖੇਡੇਂਗਾ। ਫਿਰ ਮੈਨੂੰ ਲੱਗਾ ਕਿ ਮੇਰੇ ਲਈ ਕੀ ਪੀਚੋ ਬੱਕਰੀ ਬਣੀ ਹੈ, ਮੈਂ ਕੀ ਖੇਡਾਂ। ਸੋ ਖਿਜਣ ਲੱਗ ਗਿਆ। +2 ਤੱਕ ਮੇਰੀਆਂ ਦੋਸਤੀਆਂ ਜਿਹੀਆਂ ਘਟ ਗਈਆਂ। ਕਾਲਜ ਜਾਣਾ, ਦੇਸ਼ਭਗਤ ਕਾਲਜ ਬਰਡਵਾਲ ਦੇ ਵਿੱਚ 9:15 ਕਾਲਜ ਲੱਗਣਾ, ਜਮੇ ਟਾਈਮ 'ਤੇ ਪਹੁੰਚਣਾ, 1:35 1:40 'ਤੇ ਛੁੱਟੀ, 2 ਵਜੇ ਨੂੰ ਰਾਣਾ ਰਣਵੀਰ ਘਰੇ, ਚਲੋ ਜੀ। ਉਦੋਂ ਤਾਂ ਮਤਲਬ ਰਣਵੀਰ ਸਿੰਘ ਜੀ 2 ਵਜੇ ਨੂੰ ਘਰੇ। ਮਤਲਬ ਐਂ ਲੱਗਾ, ਮੈਨੂੰ ਲੱਗਾ ਕਰੇ ਵੀ ਜਾਂ ਕਿਸੇ ਨੂੰ ਮਾਰਦਾ ਜਾਂ ਮਰ ਜਾ। ਇਹ ਤਾਂ ਮੇਰਾ ਕੀ ਦੁੱਬਰ ਕਰਤਾ ਜਿਉਣਾ, ਵੀ ਮੇਰੇ ਬਿਨਾਂ ਕੀ ਖੜਿਆ ਪਿਆ ਸੀ ਇੱਥੇ, ਸਮਝ ਨਹੀਂ ਆ ਰਹੀ ਸੀ। ਉੱਧਰੋਂ ਗੁਰਦੁਆਰੇ ਵਾਲਾ ਭਾਈ ਨਾ ਮੰਨੇ ਬਾਬੇ ਨੂੰ ਮੱਥੇ ਬਥੇਰੇ ਪ੍ਰਭਾਤ ਫੇਰੀਆਂ ਵੀ ਕੱਢੀਆਂ, ਜਿਉਂ ਸਾਈਕਲਾਂ 'ਤੇ ਮੱਸਿਆ ਵੀ ਗਏ, ਮੂਲਵਾਲ 7-8 ਮੱਸਿਆ ਹਰ ਮਹੀਨੇ ਨਹਾਤੀਆਂ। ਕਾਹਨੂੰ ਮਿਣ ਕੇ ਦੇਖਿਆ ਕਰਾਂ ਹਰ ਮੱਸਿਆ ਨਹਾਉਣ ਤੋਂ ਬਾਅਦ ਵੀ ਵਧਿਆ ਕਿ ਨਹੀਂ, ਕੋਈ ਸੂਤ ਇੰਚ ਥੋੜ੍ਹਾ ਮੋਟਾ, ਕੋਈ ਸੈਂਟੀਮੀਟਰ, ਕੋਈ ਫਰਕ ਨਹੀਂ ਪਿਆ। 7ਵੀਂ ਵਾਲੀ ਥਾਂ 'ਤੇ ਖੜਾ ਕੰਮ ਜਾ।
ਮਤਲਬ ਮੈਂ ਇੰਨਾ ਤੰਗ ਆ ਗਿਆ ਦੇਸ਼ ਭਗਤ ਕਾਲਜ ਦੇ ਵਿੱਚ। ਮੈਂ ਤੁਹਾਨੂੰ ਜਿਹੜੀ ਗੱਲ ਨਾਲ ਜੋੜਨ ਲੱਗਿਆ, ਇਹ ਸੱਚੀ ਗੱਲ ਹੈ, ਬਹੁਤ ਵਾਰ ਕਿਸੇ ਨੇ ਸੁਣੀ ਵੀ ਹੋਊਗੀ ਤੇ ਮੈਂ ਜਿੰਨੀ ਵਾਰ ਸੁਣਾਉਣਾ ਮੈਨੂੰ ਆਪਣੇ ਆਪ ਨੂੰ ਨਵੀਂ ਲੱਗਦੀ ਹੈ। ਦੇਸ਼ ਭਗਤ ਕਾਲਜ ਵਰਲਡਵਾਲ ਧੂਰੀ ਦੇ ਵਿੱਚ ਅਕਤੂਬਰ ਦਾ ਮਹੀਨਾ, +2 ਦਾ ਮੈਂ ਵਿਦਿਆਰਥੀ, ਧੁੱਪ ਜੀ ਵਿੱਚ ਮੁੰਡੇ ਕੁੜੀਆਂ, ਮੈਨੂੰ ਉਦੋਂ ਤਾਂ ਚੋਰ ਨੂੰ ਪਾਲਾ ਹੀ ਮਾਰਦਾ ਹੁੰਦਾ, ਸਾਰੇ ਐਂ ਲੱਗਦਾ ਵੀ ਇਹਨੂੰ, ਇਹ ਮੈਨੂੰ ਦੇਖਦਾ, ਮੈਨੂੰ ਦੇਖਦਾ। ਮੈਨੂੰ ਜਿਹੜੀ ਕੁੜੀ ਨੇ ਐਂ ਜੇ ਦੇਖ ਲੈਣਾ, ਮੁੰਡੇ ਨੇ ਐਂ ਦੇਖ ਲੈਣਾ, ਮੈਨੂੰ ਐਂ ਲੱਗਣਾ ਵੀ ਇਹ ਮੇਰਾ ਮਜ਼ਾਕ ਉਡਾਊਗਾ, ਇਹ ਮੇਰੇ ਨਾਲ ਖੜ ਕੇ ਮੈਨੂੰ ਕੱਛ ਚਲਾਊਗਾ। ਉਦੋਂ 3-4 ਮੁੰਡੇ ਖੜੇ, ਮੈਂ ਕਹਿੰਦਾ ਵੀ ਅੱਜ ਡੁੱਕੇ ਗਏ, ਅੱਜ ਮੇਰਾ ਬਹੁਤ ਜਲੂਸ ਕੱਢਣਗੇ ਇਹ। ਮੈਂ ਦੇਖਦਾ ਉਹਨਾਂ ਤੋਂ ਬਚਣ ਲਈ ਡਰਿਆ ਜਾਂ ਇੱਕ ਕਮਰੇ 'ਚ ਵੜ ਗਿਆ। ਉਹ ਕਮਰੇ 'ਚ ਵੜਾ, ਮੈਂ ਦੇਖ ਰਿਹਾ ਵੀ ਜਾਂਦੇ ਆ ਜਾਂ ਨਹੀਂ ਜਾਂਦੇ। ਉਹ ਨਹੀਂ ਜਾ ਰਹੇ ਸੀ, ਮੈਨੂੰ ਲੱਗ ਰਿਹਾ ਸੀ ਮੇਰਾ ਇੰਤਜ਼ਾਰ ਕਰ ਰਹੇ ਨੇ, ਪਰ ਅੱਜ ਮੈਨੂੰ ਫੀਲ ਹੋ ਰਿਹਾ ਕਿ ਤੇਰਾ ਨਹੀਂ ਇੰਤਜ਼ਾਰ ਕਰ ਰਹੇ, ਕਿਸੇ ਹੋਰ ਦਾ ਇੰਤਜ਼ਾਰ ਕਰ ਰਹੇ ਹੋਣਗੇ। ਧੁੱਪ ਦੇ ਵਿੱਚ ਖੜੇ ਸੀ, ਨਿੱਗੀ ਨਿੱਗੀ ਧੁੱਪ ਸੀ, ਅਕਤੂਬਰ ਦਾ ਮਹੀਨਾ। ਤੇਰੇ ਵਰਗੇ ਨੂੰ ਮਾਸਟਰ ਮੋਹਨ ਸਿੰਘ ਦੇ ਮੁੰਡੇ ਨੂੰ ਕਿਹੜਾ ਪੁੱਛਦਾ, ਮੈਨੂੰ ਆਪਣਾ ਹੀ ਪਾਲਾ ਮਾਰੀ ਜਾ ਰਿਹਾ ਸੀ ਕਿ ਮੈਨੂੰ ਕਮੈਂਟ ਕਰਨ ਲਈ, ਮਜ਼ਾਕ ਉਡਾਉਣ ਲਈ ਉਡੀਕ ਰਹੇ ਨੇ। ਮੈਂ ਅੰਦਰ ਖੜਾ ਦੇਖ ਰਿਹਾ ਤਾਂ ਮੇਰਾ ਮੋਢਾ ਟੈਪ ਕੀਤਾ ਕਿਸੇ ਨੇ, ਅੱਜ ਵੀ ਮੇਰੇ ਸੀਨ ਸਾਹਮਣੇ ਘੁੰਮ ਜਾਂਦਾ। ਤੇ ਮੋਢਾ ਟੈਪ ਕਰਨ ਵਾਲੇ ਲਾਇਬ੍ਰੇਰੀਅਨ ਸੀ ਤੇ ਮੈਨੂੰ ਪਤਾ ਲੱਗਿਆ ਮੈਂ ਜਿੱਥੇ ਲੁਕਿਆ ਹੋਇਆ ਉਹ ਲਾਇਬ੍ਰੇਰੀ ਹੈ, ਇਹਨੂੰ ਲਾਇਬ੍ਰੇਰੀ ਕਹਿੰਦੇ ਆ। ਇਹ ਲਾਇਬ੍ਰੇਰੀ ਇਹੋ ਜਿਹੀ ਹੁੰਦੀ ਹੈ ਤੇ 12ਵੀਂ ਤੱਕ ਮੈਨੂੰ ਕਿਸੇ ਨੇ ਦੱਸਿਆ ਨਹੀਂ ਸੀ ਕਿ ਲਾਇਬ੍ਰੇਰੀ ਹੁੰਦੀ ਹੈ। ਸਾਨੂੰ ਐਂ ਸੀ ਕਿਤਾਬਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉਹੀ ਸਿਲੇਬਸ ਦੀਆਂ ਕਿਤਾਬਾਂ ਮਿਲਦੀਆਂ ਨੇ ਉੱਥੋਂ। ਹੁਣ ਮੈਨੇ ਕਿਹਾ ਕੀ ਹੈ, ਮੈਂ ਨਹੀਂ, ਕਹਿੰਦੇ ਕਿਤਾਬ ਕਢਾਉਣੀ ਹੈ, ਮੈਂ ਹਾਂਜੀ। ਕਹਿੰਦੇ ਕਿਹੜੀ, ਦੇਖ ਲੈ। ਮੈਂ ਦੇਖਿਆ ਕਿਤਾਬਾਂ ਹੀ ਕਿਤਾਬਾਂ, ਕਿਤਾਬਾਂ ਹੀ ਕਿਤਾਬਾਂ। ਤੇ ਮੇਰੀ ਪਹਿਲੀ ਨਜ਼ਰ ਜੋ ਮੈਂ ਗਈ, ਮੈਂ ਮਾਂ ਦੇ ਮੂੰਹੋਂ ਆਪਾਂ ਆਸੇ ਪਾਸੇ ਸੁਣਦੇ ਰਹਿੰਦੇ, ਮੈਨੂੰ ਪਤਾ ਸੀ ਵੀ ਆ ਪੂਰਨਮਾਸ਼ੀ ਲਿਖਿਆ ਹੋਇਆ ਸੀ। ਮੈਂ ਜਸਵੰਤ ਸਿੰਘ ਕੰਵਲ ਦਾ ਪਹਿਲਾ ਨਾਵਲ ਕਢਵਾਇਆ, ਪੂਰਨਮਾਸ਼ੀ। ਉਹ ਨਾਵਲ ਪੜ੍ਹਿਆ, ਜਿਹੜਾ ਮੇਰਾ ਕਾਲਜ ਜਾਣ ਤੋਂ ਬਾਅਦ ਟਾਈਮ ਨਹੀਂ ਨਿਕਲਦਾ ਸੀ, ਉਹ ਮੇਰਾ 3-4 ਦਿਨ ਬਹੁਤ ਸੋਹਣੇ ਨਿਕਲੇ। ਮੈਨੂੰ ਲੱਗਿਆ ਇੱਕ ਆ ਵੀ ਦੁਨੀਆ ਹੈ ਤੇ ਮੇਰਾ ਜੀ ਜਾ ਲੱਗ ਗਿਆ। ਮੈਂ ਕਿਤਾਬ ਹਟਾਈ, ਫਿਰ ਚਿੱਟਾ ਲਹੂ ਪੜ੍ਹ ਲਈ, ਫਿਰ ਉਹ ਜਮ੍ਹਾਂ ਕਰਾਈ, ਫਿਰ ਅਗਲੀ ਕਿਤਾਬ ਪੜ੍ਹ ਲਈ, ਫਿਰ ਹਾਣੀ ਪੜ੍ਹ ਲਈ, ਫਿਰ ਅੱਜ ਮਤਲਬ ਕਿ ਲਹੂ ਦੀ ਲੋ ਪੜ੍ਹ ਲਿਆ, ਫਿਰ ਕਵਿਤਾ ਪੜ੍ਹਨ ਲੱਗ ਗਈ, ਸ਼ਿਵ ਕੁਮਾਰ ਬਟਾਲਵੀ, ਪਾਸ਼। ਮੇਰਾ ਬਾਂਹ ਜਾ ਪੈਣ ਲੱਗਾ ਤੇ ਮੇਰੇ ਸੋਹਣੇ ਸੋਹਣੇ ਜਿਹੇ ਦਿਨ ਨਿਕਲਣ ਲੱਗ ਗਏ। ਮੈਨੂੰ ਫਿਰ ਪਤਾ ਲੱਗਾ ਵੀ ਜਿਹੜੇ ਡਰਾਮੇ ਜੇ ਹੁੰਦੇ ਨੇ ਉਹ ਛਪਦੇ ਵੀ ਨੇ। ਫਿਰ ਨਾਟਕ ਪੜ੍ਹੇ, ਅਜਮੇਰ ਸਿੰਘ ਔਲਖੋਰੀ ਪੜ੍ਹੇ, ਹੈ ਨਾ, ਅੰਨੇ ਨਿਸ਼ਾਨਚੀ ਨਾਟਕ ਪੜ੍ਹਿਆ ਉਹਨਾਂ ਦਾ, ਤੇ ਇੱਕਰਮੈਨ ਹੋਰ ਨਾਟਕ ਪੜ੍ਹਿਆ। ਤੇ ਮੇਰਾ ਜੀ ਜਾ ਲੱਗਣ ਲੱਗ ਗਿਆ, ਵਧੀਆ, ਮੇਰੇ ਅੰਦਰ ਸਾਰਾ ਕੁਝ ਜਾ ਹਿੱਲਣ ਜੇ ਲੱਗ ਗਿਆ ਵੀ ਠੀਕ ਹੈ, ਮੈਨੂੰ ਤਰੋ ਤਾਜ਼ਾ ਜਿਹਾ ਮਹਿਸੂਸ ਕਰਨ ਲੱਗ ਗਿਆ। ਖਿਝ ਜੀ ਪਤਾ ਨਹੀਂ ਸੀ ਮੈਨੂੰ ਮੇਰੇ ਅੰਦਰ ਖਤਮ ਹੋ ਗਈ, ਪਰ ਖਿਝ ਖਤਮ ਹੋਣ ਲੱਗ ਗਈ। ਕਾਟੂ ਗੱਲ ਇਹ ਹੋਈ ਕਿ ਸਾਡੇ ਕਾਲਜ ਦੇ ਵਿੱਚ ਇੱਕ ਲੱਗ ਗਿਆ ਨੋਟਿਸ ਕਿ ਜੇ ਕੋਈ ਨਾਟਕ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਇੱਥੇ ਆਓ, ਟਰਾਇਲ ਹੋਣਗੇ। ਤੇ ਮੈਂ ਗਿਆ, ਮੇਰੇ 'ਚ ਪਤਾ ਨਹੀਂ ਕਿੱਥੋਂ ਹਿੰਮਤ ਆਈ, ਮੈਂ ਲਾਈਨ 'ਚ ਲੱਗਿਆ ਤੇ ਜਾ ਉਹੀ ਗੱਲ ਉੱਥੇ ਵੀ ਮੇਰਾ ਬਾਹ ਪਿਆ। ਜਦੋਂ ਉਹਨੂੰ ਮੇਰਾ ਨੰਬਰ ਆਇਆ, ਸਾਡੇ ਟੀਚਰ ਮੇਰੇ ਕੰਨੀ ਦੇਖ ਕੇ, ਤੂੰ ਵੀ ਕਰੇਂਗਾ ਨਾਟਕ? ਮੈਂ ਕਿਹਾ ਹਾਂਜੀ। ਅੱਛਾ ਕਰੋ। ਮੈਂ ਕੁਛ ਕਰਕੇ ਜੇ ਦਿਖਾਇਆ। ਚਲੋ ਮੇਰੀ 15 ਕੁ ਬੰਦਿਆਂ ਵਿੱਚ ਸਿਲੈਕਸ਼ਨ ਹੋ ਗਈ, 4-5 ਕੁੜੀਆਂ, ਬਾਕੀ ਮੁੰਡੇ। ਮੇਰੀ ਸਿਲੈਕਸ਼ਨ ਹੋ ਗਈ। ਉਹ ਤੇ ਕਰਨ ਲੱਗੇ ਵੀ ਨਾਟਕ ਕਰਾਓ ਜੀ, ਕਿਹੜਾ ਨਾਟਕ ਕਰਨਾ ਹੈ, ਕਿਹੜਾ ਨਾਟਕ ਕਰੀਏ। ਜਿਵੇਂ ਆਮ ਮੁੰਡਿਆਂ ਦਾ ਹੁੰਦਾ ਅੱਜ ਕੱਲ੍ਹ ਵੀ ਵਿਦਿਆਰਥੀ, ਜਿਵੇਂ ਤੁਸੀਂ ਕਹੋਗੇ ਸਰ ਜਿਹੜਾ ਮਰਜ਼ੀ ਕਰ ਲਓ ਸਰ, ਚੱਕ ਦਾਂਗੇ ਫੱਟੇ ਸਰ, ਐਂ ਜੇ ਨਾਟਕ ਕੋਈ ਸਾਹਮਣੇ ਨਾ ਆਵੇ। ਮੈਂ ਕਿਹਾ ਜੀ ਅੰਨੇ ਨਿਸ਼ਾਨਚੀ ਕਰਾ ਲਓ। ਮੈਂ ਤਾਜ਼ਾ ਪੜ੍ਹ ਕੇ ਹਟੇ। ਅੱਛਾ ਹੁਣ ਦੇਖੋ, ਮੈਂ ਤੁਹਾਨੂੰ ਆਪਣੇ ਬਾਰੇ ਦੱਸ ਕੇ ਹਟਿਆ ਵੀ ਕਿਹੋ ਜਿਹਾ ਸੀ ਮੈਂ। ਨਾ ਗੱਲ ਕਰਨੀ, ਖਿਜਿਆ, ਸੜਿਆ, ਮੱਚਿਆ, ਨਾ ਕਲਾਸ 'ਚ ਹੱਥ ਖੜਾ ਕਰਨਾ। ਤੇ ਉਹ ਬੰਦਾ ਕਹਿ ਰਿਹਾ ਕਿ ਆਹ ਨਾਟਕ ਕਰਾ ਲਓ। ਇਹਦੇ ਪਿੱਛੇ ਬਾਅਦ 'ਚ ਪਤਾ ਲੱਗਦਾ ਕਾਰਨ ਕੀ ਹੈ। ਪਰ ਮੈਨੂੰ ਲਾਲਚ ਵੀ ਸੀ, ਮੈਂ ਨਾਟਕ ਤਾਜ਼ਾ ਪੜ੍ਹ ਕੇ ਹਟਿਆ ਸੀ ਵੀ ਜੇ ਇਹ ਨਾਟਕ ਕਰ ਲੈਣ ਆਪਣਾ ਨੰਬਰ ਲੱਗ ਜਾਊ। ਮੈਂ +2 ਸੀ, ਮੇਰੇ ਦਾੜੀ ਜੀ ਹਲੇ ਆਈ ਨਹੀਂ ਸੀ। ਤੇ ਉਹ ਨਾਟਕ ਉਹਨਾਂ ਨੇ ਪੜ੍ਹਿਆ ਤੇ ਸਿਲੈਕਟ ਕਰ ਲਿਆ। ਤੇ ਮੈਨੂੰ ਪਤਾ ਸੀ ਜਦੋਂ ਨਾਟਕ ਉਹਨਾਂ ਨੇ ਕਿਹਾ ਸਿਲੈਕਟ ਕਰ ਲਿਆ, ਮੈਂ ਕਿਹਾ ਆਪਣੀ ਬਣ ਗਈ ਗੱਲ, ਆਪਾਂ ਨੂੰ ਰੋਲ ਮਿਲੂਗਾ। ਕਿਉਂਕਿ ਉਸ ਨਾਟਕ ਵਿੱਚ 9 ਸਾਲ ਦੇ ਬੱਚੇ ਦਾ ਕਿਰਦਾਰ ਸੀ। ਸਾਰੇ ਦੇਸ਼ ਭਗਤ ਕਾਲਜ ਵਰਲਡਵਾਲ ਧੂਰੀ ਦੇ ਵਿੱਚ 9 ਸਾਲ ਦਾ ਬੱਚਾ ਮੈਂ ਹੀ ਲੱਗਦਾ ਸੀ, ਹੋਰ ਕੋਈ ਹੈਗਾ ਹੀ ਨਹੀਂ ਸੀ। ਸੋ ਮੇਰੀ ਪਹਿਲੀ ਸਿਲੈਕਸ਼ਨ ਹੋਈ ਅੰਨੇ ਨਿਸ਼ਾਨਚੀ ਨਾਟਕ ਦੇ ਵਿੱਚ। ਇਹ ਜਿਹੜਾ ਰਾਣਾ ਤੁਹਾਡੇ ਸਾਹਮਣੇ ਬੈਠਾ ਹੈ, ਰਾਣਾ ਰਣਵੀਰ, ਉਦੋਂ ਰਣਵੀਰ ਸਿੰਘ ਪਹਿਲੀ ਵਾਰੀ ਸਟੇਜ ਦੇ ਉੱਤੇ ਰਾਣਾ ਚੜ੍ਹਿਆ। ਉਦੋਂ ਦਾ ਚੜ੍ਹਿਆ ਹੈ +2 ਦੇ ਵਿੱਚ ਸਟੇਜ ਦੇ ਉੱਤੇ। ਤੇ ਅੱਜ ਤੱਕ ਮੇਰਾ ਸਟੇਜ ਨਾਲ ਵਾਹ ਹੈ, ਸ਼ਾਇਦ ਮਰਨ ਤੱਕ ਰਹੂਗਾ। ਇਹਦਾ ਸਿਲਸਿਲਾ, ਇਹਦਾ ਸਿਹਰਾ ਸਾਰਾ ਇਹ ਨਾਟਕ ਕਰਾ ਲਓ, ਇਹ ਨਾਟਕ ਕਰਨਾ ਹੈ, ਇੰਨਾ ਕੁ ਦਿਮਾਗ ਕਰਨ ਲੱਗ ਲੈਣਾ ਕੰਮ ਕਿ ਮੈਨੂੰ ਆਹ ਕਿਰਦਾਰ ਮਿਲ ਸਕਦਾ ਹੈ ਜੇ ਨਾਟਕ ਕਰਨ, ਹੱਥ ਖੜਾ ਕਰਨਾ ਇਹ ਕਹਿਣ ਲਈ ਵੀ ਨਾਟਕ ਅੰਨੇ ਨਿਸ਼ਾਨਚੀ ਚੁਣੋ, ਟਰਾਇਲ ਦੇਣ ਲਈ ਹਿੰਮਤ ਕਰਨੀ ਇੰਨੇ ਬੰਦਿਆਂ ਦੇ ਵਿੱਚ। ਇਹ ਜਿਹੜੀਆਂ ਪਿਛਲੇ 1.5-2 ਮਹੀਨੇ ਵਿੱਚ ਕਿਤਾਬਾਂ ਪੜ੍ਹੀਆਂ ਸੀ, ਇਹ ਉਹਨਾਂ ਦੀ ਜਾਦੂਗਰੀ ਸੀ। ਤੇ ਜਾਦੂਗਰੀ ਕਮਾਲ ਉਦੋਂ ਦਿਖਾਉਂਦੀ ਹੈ ਜਦੋਂ ਮੈਂ BA ਫਸਟ ਈਅਰ 'ਚ ਹੋ ਜਾਣਾ ਤੇ
ਲੰਬੇ ਲੰਬੇ ਮੁੰਡੇ ਜਦੋਂ ਕੱਦ ਦਾ ਮਜ਼ਾਕ ਉਡਾਉਂਦੇ ਸੀ, ਮੈਨੂੰ ਕੋਈ ਗੱਲ ਨਹੀਂ ਸੁਝਦੀ ਸੀ। ਤੇ ਇੱਕ ਦਿਨ ਅਸੀਂ ਦੇਸ਼ ਭਾਰਤ ਕਾਲਜ ਦੀ ਕੰਟੀਨ ਦੇ ਵਿੱਚ ਬੈਠੇ ਆ, ਤੇ ਇੱਕ ਮੁੰਡਾ ਮੈਨੂੰ ਕਹਿੰਦਾ ਉਰੇ ਆ ਓਏ। ਮੈਂ ਕਿਹਾ ਤੂੰ ਆ। ਮੈਂ ਕਹਿ ਤਾਂ ਦਿੱਤਾ, ਮੈਂ ਕਿਹਾ ਫੈਂਟਣ ਗਿਆ ਅੱਜ। ਉਹ ਆ ਗਿਆ ਮੇਰੇ ਕੋਲੇ, ਆ ਕੇ ਖੜਿਆ, ਕਹਿੰਦਾ ਦੇਖੋ ਬਈ ਇੱਧਰ ਉਹ ਖੜ ਗਿਆ, ਇੱਧਰ ਮੈਂ ਖੜ ਗਿਆ। ਕਹਿੰਦਾ ਐ ਨਹੀਂ ਲੱਗਦਾ ਜਿਵੇਂ 10:15 ਵਜੇ ਹੁੰਦੇ ਨੇ, 12:15 ਵਜੇ ਹੁੰਦੇ ਨੇ। ਮੇਰੇ ਕੱਦ ਦਾ ਮਜ਼ਾਕ ਉਡਾ ਰਿਹਾ। ਕਹਿੰਦਾ ਦੇਖੋ ਐਡਾ ਕੁ ਲੱਗਦਾ। ਮੈਂ ਕਿਹਾ ਹਾਂ ਬਿਲਕੁਲ ਤੂੰ ਲੰਬਾ ਹੈ ਯਾਰ, ਮੇਰੇ ਤੋਂ ਲੰਬਾ ਹੈ। ਮੈਂ ਸਾਡਾ ਨਿਰਭੈ ਹੁੰਦਾ ਸੀ 6 ਫੁੱਟ 1 ਇੰਚ ਦਾ, ਉਹਦੇ ਬਰਾਬਰ ਦਾ। ਮੈਂ ਕਿਹਾ ਨਿਰਭੈ ਉਰੇ ਆਈ। ਨਿਰਭੈ ਵੀ ਆਇਆ। ਮੈਂ ਕਿਹਾ ਇਹਦੇ ਬਰਾਬਰ ਖੜ। ਉਹ ਖੜ ਗਿਆ। ਮੈਂ ਬਾਕੀਆਂ ਨੂੰ ਕਿਹਾ, ਮੈਂ ਕਿਹਾ ਹੁਣ ਦੱਸੋ ਇਹਨਾਂ 'ਚ ਕੌਣ ਲੰਬਾ ਹੈ? ਕਹਿੰਦੇ ਦੋਨੇ ਬਰਾਬਰ ਦੇ ਨੇ। ਮੈਂ ਕਿਹਾ ਭਾਈ ਸਾਹਿਬ ਤੈਨੂੰ ਲੰਬਾ ਕਰਨ ਦੇ ਵਿੱਚ ਮੇਰਾ ਹੱਥ ਹੈ, ਜੇ ਮੈਂ ਛੋਟਾ ਤਾਂ ਤੂੰ ਲੰਬਾ ਲੱਗਦਾ। ਸੋ ਇਹ ਗੱਲ ਵੀ ਕਿਤਾਬਾਂ ਨੇ ਕਹਾਈ। ਜੇ ਮੇਰੇ ਕੋਲੇ ਕਿਤਾਬਾਂ ਨਾ ਆਉਂਦੀਆਂ, ਆਪਣੇ +2 'ਚ ਵੀ ਬ੍ਰੇਕ ਲੱਗਣੀ ਸੀ। ਜੇ ਮੇਰਾ ਲਿਟਰੇਚਰ ਨਾਲ ਵਾਹ ਪੈਂਦਾ, ਜੇ ਮੇਰਾ ਲਿਟਰੇਚਰ ਨਾਲ ਵਾਹ ਨਾ ਪੈਂਦਾ, ਮੈਂ ਤੁਹਾਡੇ ਸਾਹਮਣੇ ਨਾ ਹੁੰਦਾ। ਉਹੀ ਸੁੰਗੜਿਆ ਜਾਂ ਖਿਝਿਆ ਹੋਇਆ ਸੜਿਆ ਕਲਾਸ ਦੇ ਵਿੱਚ ਪਿੱਛੇ ਰਹਿਣ ਵਾਲਾ ਰਾਣਾ, ਜਦੋਂ ਦੇਸ਼ ਭਾਰਤ ਕਾਲਜ ਦਾ ਬੈਸਟ ਸਟੂਡੈਂਟ ਬਣ ਕੇ ਨਿਕਲਦਾ, ਗੋਲਡ ਮੈਡਲਿਸਟ ਨਾਟਕ ਵਿੱਚ ਬਣ ਕੇ ਨਿਕਲਦਾ, ਕਾਲਜ ਦੇ ਮੈਗਜ਼ੀਨ ਦਾ 3 ਸਾਲ ਐਡੀਟਰ ਰਹਿੰਦਾ। ਇਹ ਨਾ ਕੋਈ ਚਮਤਕਾਰ ਹੋਇਆ ਸੀ, ਨਾ ਮੱਥੇ ਰਗੜਨ ਨਾਲ ਕੁਝ ਮਿਲਿਆ ਸੀ, ਨਾ ਕੋਈ ਮੇਰੀ ਮਾਂ ਨੇ ਜਾਂ ਮੈਂ ਧਾਗੇ ਤਵੀਤ ਕਰਾਏ ਸੀ। ਇਹ ਸਿਰਫ ਤੇ ਸਿਰਫ ਸ਼ਬਦ ਦੀ ਕਰਾਮਾਤ ਸੀ, ਕਿਤਾਬਾਂ ਦੀ ਕਰਾਮਾਤ ਸੀ। ਕਿਤਾਬਾਂ ਦਾ ਜਾਦੂ ਸੀ, ਲਿਟਰੇਚਰ ਦਾ ਜਾਦੂ ਸੀ, ਲਾਇਬ੍ਰੇਰੀ ਦਾ ਜਾਦੂ ਸੀ। ਮੈਂ ਉਸ ਲਾਇਬ੍ਰੇਰੀ ਨੂੰ, ਉਹਨਾਂ ਕਿਤਾਬਾਂ ਨੂੰ ਜੋ ਮੇਰੇ ਅੱਜ ਤੱਕ ਹਿੱਸੇ ਆਈਆਂ ਨੇ, ਉਹਨਾਂ ਨੂੰ ਹੀ ਸਲੂਟ ਕਰਦਾ ਕਿ ਜੇ ਮੇਰੇ ਹਿੱਸੇ ਸ਼ਬਦ ਨਾ ਆਉਂਦਾ, ਕਿਤਾਬ ਨਾ ਆਉਂਦੀ, ਤਾਂ ਮੈਂ ਅੱਜ ਤੁਹਾਡੇ ਸਾਹਮਣੇ ਨਾ ਹੁੰਦਾ, ਤਾਂ ਮੈਂ BA ਨਾ ਕਰਦਾ, ਤਾਂ ਮੈਂ ਵਧੀਆ ਸਟੂਡੈਂਟ ਨਾ ਬਣਦਾ, ਮੈਂ ਆਪਣੇ ਟੀਚਰਾਂ ਦਾ ਦਿਲ ਨਾ ਜਿੱਤਦਾ, ਤਾਂ ਮੇਰੇ ਅੰਦਰ ਅੱਜ ਇਹ ਊਰਜਾ ਨਾ ਹੁੰਦੀ, ਇਹ ਸ਼ਕਤੀ ਨਾ ਹੁੰਦੀ। ਸੋ ਮੈਂ ਕਹੂੰਗਾ ਕਿ ਮੇਰੀਆਂ ਉਹਨਾਂ ਕਿਤਾਬਾਂ ਲਈ ਜਿਹੜੀਆਂ ਮੈਂ ਪੜ੍ਹੀਆਂ, ਉਹਨਾਂ ਲੇਖਕਾਂ ਲਈ, ਤੇ ਉਸ ਲਾਇਬ੍ਰੇਰੀ ਲਈ ਇੱਕ ਵਾਰ ਜ਼ਰੂਰ ਤਾੜੀ ਮਾਰ ਦਿਓ, ਜਿਨ੍ਹਾਂ ਨੇ ਇੱਕ ਬੰਦਾ ਗਵਾਚਣ ਤੋਂ ਬਚਾ ਲਿਆ। ਪਰ ਇਹ ਜਾਦੂ ਪਹਿਲਾਂ ਵੀ ਹੋ ਸਕਦਾ ਸੀ ਜੇ ਮੇਰੇ ਟੀਚਰ ਮੈਨੂੰ ਗਾਈਡ ਕਰਦੇ, ਕਿਤਾਬਾਂ ਨਾਲ ਜੋੜਦੇ, ਜੇ ਮੇਰੇ ਟੀਚਰ ਮੈਨੂੰ ਖਿਜਾਉਂਦੇ ਨਾ। ਫਿਰ ਮੈਨੂੰ ਸਮਝ ਆਈ ਕਿ ਮੇਰਾ ਕੱਦ ਹੈ ਜਿਹੜਾ, ਇਹਦੇ ਵਿੱਚ ਮੇਰਾ ਕੋਈ ਹਿੱਸਾ ਨਹੀਂ। ਜਿਹੋ ਜਿਹਾ ਭੱਠਾ ਹੁੰਦਾ ਉਹੋ ਜਿਹੀ ਇੱਟ ਨਿਕਲਦੀ ਹੈ। ਸਾਡੇ ਨਾਨਕਿਆਂ ਦਾ ਭੱਠਾ ਜਿਹੋ ਜਿਹਾ ਸੀ ਉਹੋ ਜਿਹੀ ਇੱਟ ਨਿਕਲੀ। ਮੇਰੀ ਮਾਂ ਦਾ ਕੱਦ ਛੋਟਾ ਸੀ, ਮੇਰੇ ਪਿਓ ਦਾ ਕੱਦ ਛੋਟਾ ਸੀ, ਤਾਂ ਮੈਨੂੰ ਬਾਅਦ 'ਚ ਹੀ ਪਤਾ ਲੱਗਿਆ ਕਿ ਆਪਾਂ ਮਕੈਨੀਕਲੀ ਠੀਕ ਹੀ ਆ, ਕੋਈ ਚੱਕਰ ਨਹੀਂ ਹੈ। ਨਾ ਅੱਖਾਂ ਵੀ ਕੰਮ ਕਰਦੀਆਂ, ਹੱਥ ਵੀ ਕੰਮ ਕਰਦੇ ਆ। ਫਿਰ ਸਮਝ ਆਈ ਵੀ ਰਾਣਿਆ, ਜੇ ਤਾਂ ਤੂੰ ਗਾਲਾਂ ਕੱਢਦਾ ਹੈ, ਜੇ ਕਿਸੇ ਨਾਲ ਬਦਤਮੀਜ਼ੀ ਕਰਦਾ ਹੈ, ਜੇ ਸ਼ਰਾਬ ਪੀ ਕੇ ਗੰਦ ਪਾਉਂਦਾ ਹੈ, ਜੇ ਕੁੜੀਆਂ ਨੂੰ ਰਾਹ ਜਾਂਦੀਆਂ ਨੂੰ ਛੇੜਦਾ ਹੈ, ਜੇ ਆਪਣੀ ਮਾਂ ਨਾਲ ਬਦਤਮੀਜ਼ੀ ਕਰਦਾ ਹੈ, ਜੇ ਆਪਣੇ ਅਧਿਆਪਕ ਨਾਲ, ਟੀਚਰ ਨਾਲ, ਪ੍ਰੋਫੈਸਰ ਨਾਲ ਬਦਤਮੀਜ਼ੀ ਕਰਦਾ ਹੈ, ਫਿਰ ਤੈਨੂੰ ਕੋਈ ਕਹੇ ਉਹ ਬਦਤਮੀਜ਼, ਉਹ ਗਾਲਾਂ ਕੱਢਣ ਵਾਲਿਆ, ਉਹ ਕੁੜੀਆਂ ਛੇੜਨ ਵਾਲਿਆ, ਫਿਰ ਤੁਹਾਡਾ ਕੋਈ ਮਜ਼ਾਕ ਉਡਾਵੇ, ਫਿਰ ਤਾਂ ਮੈਨੂੰ ਗੁੱਸਾ ਕਰਨਾ ਚਾਹੀਦਾ ਹੈ ਜਾਂ ਫਿਰ ਮੈਨੂੰ ਕਬੂਲਣਾ ਚਾਹੀਦਾ ਹੈ। ਜੇ ਮੇਰੇ ਕੋਈ ਕੱਦ ਦਾ ਮਜ਼ਾਕ ਉਡਾਉਂਦਾ ਹੈ, ਰੰਗ ਦਾ ਮਜ਼ਾਕ ਉਡਾਉਂਦਾ ਹੈ, ਜਾਤ ਦਾ ਮਜ਼ਾਕ ਉਡਾਉਂਦਾ ਹੈ, ਨਸਲ ਦਾ ਮਜ਼ਾਕ ਉਡਾਉਂਦਾ ਹੈ, ਫਿਰ ਜਾਂ ਮੇਰੀ ਆਵਾਜ਼ ਦਾ ਮਜ਼ਾਕ ਉਡਾਉਂਦਾ, ਫਿਰ ਮੈਨੂੰ ਕੋਈ ਗੁੱਸਾ ਕਰਨਾ ਨਹੀਂ ਚਾਹੀਦਾ, ਕਿਉਂਕਿ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ। ਇਹ ਮੈਨੂੰ ਮਿਲਿਆ। ਮੈਂ ਧਰਤੀ ਆਪਣੀ ਮਰਜ਼ੀ ਨਾਲ ਨਹੀਂ ਚੁਣੀ, ਮੈਂ ਆਪਣੇ ਮਾਂ-ਬਾਪ ਆਪਣੀ ਮਰਜ਼ੀ ਨਾਲ ਨਹੀਂ ਚੁਣੇ, ਮੈਂ ਆਪਣਾ ਕੱਦ ਆਪਣੀ ਮਰਜ਼ੀ ਨਾਲ ਨਹੀਂ ਚੁਣਿਆ, ਮੈਂ ਜਾਤ ਨਸਲ ਆਪਣੀ ਮਰਜ਼ੀ ਨਾਲ ਨਹੀਂ ਚੁਣੀ। ਠੀਕ ਹੈ ਨਾ। ਜੇ ਮਰਜ਼ੀ ਨਾਲ ਚੁਣਨੀ ਹੁੰਦੀ, ਮੈਨੂੰ ਕੋਈ ਪੁੱਛਦੇ ਵੀ ਮਹਾਰਾਜ ਕਹਾਂ ਜਨਮ ਲੈ ਗਏ ਆਪ, ਫਿਰ ਮੈਂ ਕਹਿੰਦਾ ਵੀ ਧੂਰੀ ਮਾਸਟਰ ਮੋਹਨ ਸਿੰਘ ਦੇ ਘਰੇ। ਐਡਾ ਦਿਮਾਗ ਖਰਾਬ ਹੁੰਦਾ ਕਿਸ ਦਾ। ਫਿਰ ਆਪਾਂ ਕਿਤੇ ਸਵਿਟਜ਼ਰਲੈਂਡ ਦੇ ਵਿੱਚ ਗੋਰੇ ਗੋਰੀ ਦਾ ਨਾਂ ਲੈਣਾ ਸੀ ਵੀ ਲੇਕ ਦੇ ਕਿਨਾਰੇ ਘਰ ਹੋਵੇ, ਸੋਹਣੀ ਜੀ ਨੀਲੀਆਂ ਅੱਖਾਂ ਵਾਲੀ ਮੇਰੀ ਮਾਂ ਹੋਵੇ, ਵੱਡਾ ਗੋਰਾ ਅੰਗਰੇਜ਼ ਕੋਈ ਮੇਰਾ ਚੰਗਾ ਪੈਸੇ ਵਾਲਾ ਵਧੀਆ ਪਾਉਂਡ ਡਾਲਰਾਂ ਵਾਲਾ ਮੇਰਾ ਬਾਪ ਹੋਵੇ, ਯੂਰੋ ਕਮਾਉਂਦਾ ਹੋਵੇ ਅੱਛੇ। ਫਿਰ ਧੂਰੀ ਦਾ ਨਾਂ ਕਿਹਨੇ ਲੈਣਾ ਸੀ? ਫਿਰ ਬਰਨਾਲੇ ਨਾਨਕਿਆਂ ਦੇ ਫੌਜੀ ਦੇ ਘਰ ਕਿਹਨੇ ਜੰਮਣਾ ਸੀ? ਸੋ ਜਦ ਮਰਜ਼ੀ ਪੁੱਛੀ ਨਹੀਂ ਗਈ, ਫਿਰ ਅਸੀਂ ਆਪਣੀ ਮਰਜ਼ੀ ਆਪ ਪੜ੍ਹ ਕੇ ਪਗਾਵਾਂਗੇ। ਫਿਰ ਜਿਵੇਂ ਮਰਜ਼ੀ ਕੋਈ ਮਜ਼ਾਕ ਉਡਾਈ ਜਾਵੇ, ਇੱਕ ਦਿਨ ਆਪਣੇ ਹੁਨਰ ਦੇ ਨਾਂ 'ਤੇ ਤਾੜੀਆਂ ਮਰਵਾਵਾਂਗੇ, ਆਪਣੇ ਹੁਨਰ ਦੇ ਨਾਂ 'ਤੇ ਆਪਣਾ ਕੱਦ ਦਿਖਾਵਾਂਗੇ। ਸੋ ਜੇ ਕੋਈ ਮੇਰਾ ਇੱਥੇ ਸਟਾਫ ਮੈਂਬਰ ਹੈ, ਜਾਂ ਕਿਸੇ ਨੂੰ ਰੰਗ ਕਰਕੇ ਜਾਂ ਨਸਲ ਜਾਤ ਕਰਕੇ ਜਾਂ ਕਿਸੇ ਨੂੰ ਨੱਕ ਕਰਕੇ ਦੰਦਾਂ ਕਰਕੇ ਖਿਜਾਇਆ ਜਾਂਦਾ, ਖਿਜਾਉਣ ਦਿਓ। ਉਹ ਆਪਣੀ ਅਕਲ ਦਾ ਸਬੂਤ ਦੇ ਰਿਹਾ, ਉਹਦੇ ਅੰਦਰ ਸਮਾਈਲ ਦਿਓ ਵੀ ਅੱਛਾ ਯੂਨੀਵਰਸਿਟੀ ਆ ਕੇ ਵੀ ਬਸ ਇੱਥੇ ਹੀ ਹੈ ਕੰਮ, ਠੀਕ ਹੈ। ਫਿਰ ਉਹ 'ਤੇ ਹੱਸਿਆ ਕਰੋ। ਪਰ ਹੁਣ ਆਸੇ ਪਾਸੇ ਖੁਸ਼ੀ ਹੁੰਦੀ ਹੈ। ਸਾਡੇ ਵੇਲੇ ਐਡੇ ਪੁਸਤਕ ਮੇਲੇ ਨਹੀਂ ਲੱਗਦੇ ਸੀ। ਇਹ ਜਿਹੜੇ ਗਹਿਣੇ ਆਸੇ ਪਾਸੇ ਖਿੰਡੇ ਪਏ ਨੇ ਨਾ, ਤੁਹਾਡੇ ਕੋਲੇ ਰਹਿੰਦੇ ਨੇ ਇਹ ਕਿਤਾਬਾਂ ਦੇ, ਸ਼ਬਦ ਦੇ। ਇਹਦੇ ਨਾਲੋਂ ਇਕੱਲੇ ਅਸੀਂ ਪੰਜਾਬੀ ਹੋਈ ਨਹੀਂ, ਇਹਦੇ ਨਾਲੋਂ ਹਿੰਦੁਸਤਾਨੀ ਟੁੱਟਿਆ। ਔਰ ਜਿੱਦਾਂ ਦਾ ਟੁੱਟਿਆ
ਉਦੋਂ ਦਾ ਕੰਮ ਖਤਮ ਹੀ ਹੈ। ਤੇ ਅੱਜ ਜੋ ਤੁਹਾਡੇ ਆਸੇ-ਪਾਸੇ ਵਾਪਰ ਰਿਹਾ ਹੈ, ਜਿਹਨੂੰ ਦੇਖ ਕੇ ਤੁਹਾਡਾ ਦਿਲ ਦਹਿਲਦਾ ਹੈ, ਜਦੋਂ ਦਿੱਲੀ ਦੇ ਵਿੱਚ ਕੁਝ ਹੁੰਦਾ ਹੈ ਜਾਂ ਜੈਪੁਰ ਦੇ ਵਿੱਚ ਕੁਝ ਹੁੰਦਾ ਹੈ ਜਾਂ ਗੁਜਰਾਤ ਦੇ ਵਿੱਚ ਕੁਝ ਹੁੰਦਾ ਹੈ, ਜਦੋਂ ਤੁਹਾਡੇ ਅੰਦਰ ਦਿਲ ਦਹਿਲਦਾ ਵੀ ਇਹ ਕਿਉਂ ਹੁੰਦਾ ਹੈ, ਤਾਂ ਸਵਾਲ ਤੁਹਾਡੇ ਕੋਲੇ ਹੀ ਪਏ ਨੇ, ਕਿਉਂਕਿ ਕਿਉਂ ਹੁੰਦਾ ਦੇ ਜਵਾਬ ਤੁਹਾਡੇ ਕੋਲੇ ਪਏ ਨੇ। ਜੇ ਤੁਸੀਂ ਆਪਣਾ ਆਸਾ ਪਾਸਾ ਨਾ ਸੰਵਾਰਿਆ, ਆਪਣਾ ਆਪ ਨਾ ਸੰਵਾਰਿਆ, ਇਹ ਹੁੰਦਾ ਰਹੂ, ਇਹ ਹੁੰਦਾ ਰਹੂ। ਹਲੇ ਤਾਂ ਘੱਟ ਹੋ ਰਿਹਾ, ਇਹ ਵੱਧ ਹੋਊਗਾ। ਤੁਸੀਂ ਅੱਜ ਵੀ ਤੁਸੀਂ ਨਾਨਕ ਦੇ ਅਸੀਂ ਗਦਾਰ ਹਾਂ, ਅਸੀਂ ਕ੍ਰਿਸ਼ਨ ਦੇ ਗਦਾਰ ਹਾਂ, ਅਸੀਂ ਆਪਣੇ ਧਰਮਾਂ ਦੇ ਗਦਾਰ ਹਾਂ। ਜੇ ਤੁਸੀਂ ਕਿਸੇ ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਸਿਰਫ ਧਰਮ ਨੂੰ ਪੂਜਦੇ ਹੋ, ਮੰਨਦੇ ਨਹੀਂ। ਧਰਮ ਜੋ ਸਿਖਾਉਂਦਾ ਉਹ ਅਸੀਂ ਨਹੀਂ ਮੰਨਦੇ। ਤੁਸੀਂ ਰੱਬ ਨੂੰ ਮੰਨਦੇ ਹੋ ਪਰ ਤੁਹਾਨੂੰ ਪਤਾ ਨਹੀਂ ਕੀ ਕਹਿੰਦਾ ਉਹਦੇ ਪਿੱਛੇ, ਫਿਲਾਸਫੀ ਕੀ ਹੈ। ਸੋ ਬੰਦੇ ਬਣੀਏ। ਅੱਜ ਵੀ ਅਸੀਂ ਜਾਤ ਤੋਂ ਨਹੀਂ ਟੁੱਟੇ, ਨਸਲ ਤੋਂ ਨਹੀਂ ਟੁੱਟੇ, ਧਰਮ ਤੋਂ ਨਹੀਂ ਟੁੱਟੇ। ਸਾਡੇ ਅੰਦਰ ਪੁਆੜੇ ਬਹੁਤ ਨੇ। ਬੜਾ ਅਸੀਂ ਆਪਣੇ ਪਿੱਛੇ ਗੋਤ ਲਾਉਣਾ, ਆਪਣੀ ਕਾਰ ਦੇ ਪਿੱਛੇ ਕੁਝ ਲਿਖਾਉਣਾ, ਆਪਣੇ ਘਰ ਦੇ ਬਾਹਰ ਲਿਖ ਕੇ ਕੁਝ ਦਿਖਾਉਣਾ, ਇਹ ਪ੍ਰਾਊਡ ਸਮਝਦੇ ਆ। ਮੇਰਾ ਵਾਹ ਪੈਂਦਾ ਬਥੇਰੇ ਤਾਂ ਤੇ ਆਸਟ੍ਰੇਲੀਆ ਗਏ ਆ, ਕੈਨੇਡਾ ਗਏ ਆ, ਅਮਰੀਕਾ ਗਏ ਆ। ਕੈਨੇਡਾ ਤਾਂ ਮੈਂ ਰਹਿਣਾ ਹੀ ਆ, ਯੂਰਪ ਦੇ ਵਿੱਚ ਗਿਆ। ਮੈਂ ਨਾ ਉਹਨਾਂ ਦੀਆਂ ਗੱਡੀਆਂ ਤੇ ਕਦੇ ਗੋਤ ਲਿਖੇ ਦੇਖੇ ਨੇ, ਨਾ ਨਾਂ ਲਿਖੇ ਦੇਖੇ ਨੇ, ਨਾ ਉਹਨਾਂ ਦੇ ਘਰਾਂ ਦੇ ਬਾਹਰ ਉਹਨਾਂ ਦੇ ਗੋਤ ਲਿਖੇ ਦੇਖੇ ਨੇ, ਨਾ ਨਾਂ ਲਿਖੇ ਦੇਖੇ ਨੇ, ਨਾ ਮੈਂ ਉਹਨਾਂ ਦੇ ਵਿਆਹਾਂ ਦੇ ਵਿੱਚ ਚੰਗਿਆੜਾਂ ਪੈਂਦੀਆਂ ਦੇਖੀਆਂ ਨੇ, ਨਾ ਮੈਂ ਉਹਨਾਂ ਦੀ ਮਰਗ ਦੇ ਉੱਤੇ ਬਹੁਤ ਜ਼ਿਆਦਾ ਕੀਰਨੇ ਪੈਂਦੇ ਦੇਖੇ ਨੇ। ਰਿਸ਼ਤੇ ਉਹ ਵੀ ਨਿਭਾਉਂਦੇ ਨੇ, ਉਦਾਸ ਉਹ ਵੀ ਹੁੰਦੇ ਨੇ, ਖੁਸ਼ ਉਹ ਵੀ ਹੁੰਦੇ ਨੇ, ਪਰ ਉਹ ਲੋਕ ਲਿਆਕਤ ਨਾਲ ਜੁੜੇ ਹੋਏ ਨੇ, ਉਹ ਲੋਕ ਸ਼ਬਦ ਨਾਲ ਜੁੜੇ ਹੋਏ ਨੇ। ਤੇ ਅਸੀਂ ਲੋਕ ਸ਼ਬਦ ਤੋਂ, ਗਿਆਨ ਤੋਂ ਟੁੱਟੇ ਹੋਏ ਆ। ਪਰ ਮੰਨਦੇ ਕਿਹਨਾਂ ਨੂੰ ਆ? ਗਿਆਨ ਵਾਲਿਆਂ ਨੂੰ, ਸ਼ਬਦ ਵਾਲਿਆਂ ਨੂੰ ਪੂਜਦੇ ਆ, ਮੱਥੇ ਰਗੜਦੇ ਆ ਬਾਬੇ ਨਾਨਕ ਅੱਗੇ, ਸੁੱਖਾਂ ਸੁੱਖਦੇ ਆ ਬਾਬੇ ਨਾਨਕ ਅੱਗੇ। ਨਾਂ ਲੈਂਦੇ ਆ ਬੁੱਲੇ ਦਾ, ਨਾਂ ਲੈਂਦੇ ਆ ਭਗਤ ਸਿੰਘ ਦਾ, ਭਾਲਦੇ ਆ ਚਮਤਕਾਰ। ਉਹਨਾਂ ਦੀ ਜੀਵਨ ਤਾਂ ਕਦੇ ਕੋਈ ਚਮਤਕਾਰ ਹੋਇਆ ਨਹੀਂ। ਉਹਨਾਂ ਨੇ ਤਾਂ ਆਪ ਕੀਤਾ ਸਾਰਾ ਕੁਝ, ਆਪ ਕਮਾਇਆ, ਕਿਰਤ ਕੀਤੀ ਹੈ। ਤੁਹਾਡੇ ਲਈ ਸ਼ਬਦ ਲੱਭਣ ਗਏ, ਕਿੱਥੋਂ ਕਿੱਥੋਂ ਜਾ ਕੇ ਬਾਣੀ ਲੱਭੀ। ਬਾਬਾ ਜੀ ਨੇ ਸਤਿਕਾਰ ਨਾਲ ਸਿਰ ਤੇ ਲੈ ਕੇ ਉਹਨਾਂ ਨੂੰ ਨਾਂ ਦਿੱਤਾ, ਆਪਣੇ ਤੋਂ ਉੱਤੇ ਰੱਖਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਆਪ ਨੂੰ ਸਾਰੇ ਗੁਰੂ ਮਹੱਲਾ ਲਿਖਦੇ ਨੇ। ਜਦੋਂ ਭਗਤਾਂ ਦੀ ਬਾਣੀ ਆਉਂਦੀ ਹੈ, ਉਹਨਾਂ ਨੂੰ ਸਤਿਕਾਰ ਨਾਲ ਨਾਂ ਦਿੱਤਾ ਜਾਂਦਾ, ਨਾਲ ਉਹਨਾਂ ਦੇ ਨਾਂ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਆਪਣੇ ਆਪ ਨੂੰ ਮਹੱਲ ਕਿਹਾ ਜਾਂਦਾ ਹੈ। ਉਹ ਇੰਨੇ ਵਧੀਆ ਵਿਦਿਆਰਥੀ ਬਣ ਕੇ ਸਾਨੂੰ ਸਿਖਾ ਰਹੇ ਨੇ। ਅਸੀਂ ਕਹਿੰਦੇ ਬਸ ਮੱਥਾ ਟੇਕਤਾ, ਬਾਬਾ ਜੀ ਸਾਨੂੰ ਸਿਖਾਓ ਨਾ ਕੁਛ। ਅਸੀਂ ਮੱਥਾ ਟੇਕਣ ਲੱਗ ਗਏ। ਜਿਹੜੇ ਅਸੀਂ ਸਿਆਣੇ ਨਾਲ ਹੱਥ ਮਿਲਾਉਂਦੇ ਆ ਨਾ, ਜੱਫੀ ਪਾ ਕੇ ਮਿਲਦੇ ਆ, ਉਹ ਤੋਂ ਸਿੱਖਦੇ ਆ। ਜਿਹਦੇ ਅਸੀਂ ਗੋਡੇ ਜੇ ਐਂ ਕਰਨ ਲੱਗ ਗਏ ਨੇ, ਅਸੀਂ ਕਹਿੰਦੇ ਵੀ ਅਸੀਂ ਗੋਡੇ ਹੱਥ ਲਾ ਕੇ ਖੁਸ਼ ਕਰ ਲਓ, ਸਿੱਖਣਾ ਸੁਖਣਾ ਨਹੀਂ, ਤੋਂ ਦੂਰੋਂ ਹੀ ਮੱਥਾ ਟੇਕਿਆ। ਸੋ ਤੁਸੀਂ ਅੱਜ ਵੀ ਕਿਤਾਬਾਂ ਦੇ ਮੂਹਰੇ ਕਿੰਨੇ ਕੁ ਲੋਕ ਗੇੜਾ ਲਾਉਂਦੇ ਆ, ਇੱਧਰ ਨੂੰ ਨਿਕਲ ਜਾਂਦੇ ਆ। ਕੀ ਗੱਲ ਇਕੱਲੇ ਪੰਜਾਬੀ, ਹਿੰਦੀ ਤੇ ਉਰਦੂ ਵਾਲਿਆਂ ਨੇ ਨਹੀਂ ਪੜ੍ਹਨਾ ਸਿੱਖਿਆ ਹੈ? ਥੀਏਟਰ ਵਾਲੀ ਕਿਤਾਬਾਂ ਨਾਲ ਬਾਹ ਪੈਣ। ਉਹ ਫਿਰਦੇ ਨੇ ਉੱਧਰ, ਬਾਇਓਲੋਜੀ ਵਾਲੇ, ਕੈਮਿਸਟਰੀ ਵਾਲੇ ਉੱਧਰ ਦੀ ਨਿਕਲ ਜਾਂਦੇ ਨੇ, ਫਿਜ਼ਿਕਸ ਵਾਲੇ ਉੱਪਰ ਦੀ ਨਿਕਲ ਜਾਂਦੇ ਨੇ, ਸਰੀਰਕ ਸਿੱਖਿਆ ਵਾਲੇ ਉੱਧਰ ਨੂੰ ਨਿਕਲ ਜਾਂਦੇ ਨੇ। ਜਿਹੜੀਆਂ ਚੀਜ਼ਾਂ ਨਾਲ ਜੁੜਨਾ ਹੈ, ਕਹਾਣੀ ਨਾਲ, ਸ਼ਬਦ ਨਾਲ, ਬਾਤ ਨਾਲ, ਕਵਿਤਾ ਨਾਲ, ਅਕਲ ਨਾਲ, ਲਿਆਕਤ ਨਾਲ, ਅਦਬ ਨਾਲ, ਉਹਦੇ ਨਾਲ ਅਸੀਂ ਜੁੜਦੇ ਨਹੀਂ। ਤੇ ਨਹੀਂ ਜੁੜਨਾ ਫਿਰ ਭੁਗਤੀ ਜਾਓ। ਹਾਲੇ ਤਾਂ ਕੁਝ ਵੀ ਨਹੀਂ ਹੋ ਰਿਹਾ, ਬਹੁਤ ਵੱਡਾ ਹੋਏਗਾ। ਜਦੋਂ ਆਪਣੇ ਆਪ ਨੂੰ ਤੁਸੀਂ ਸਮਝਣਾ ਹੈ ਨਾ, ਤਾਂ ਸ਼ਬਦ ਨੂੰ ਸਮਝੋ। ਜਦੋਂ ਅੰਦਰ ਰੋਸ਼ਨ ਹੋ ਗਏ, ਫਿਰ ਉਲਾਂਭੇ ਦੇਣੋਂ ਹਟ ਜਾਓਗੇ, ਸ਼ਿਕਾਇਤਾਂ ਕਰਨੋਂ ਹਟ ਜਾਓਗੇ, ਮਦਦ ਜੀ ਮੰਗਣੋਂ ਹਟ ਜਾਓਗੇ। ਨਿੱਕੀ ਜੀ ਗੱਲ ਦੱਸਦਾ, ਰੋਜ਼ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ ਆ, ਮੈਂ ਗਰੀਬ ਘਰ ਦਾ ਮੁੰਡਾ, ਮੈਂ ਐਕਟਰ ਬਣਨਾ ਚਾਹੁੰਦਾ, ਮੇਰੇ ਪਿਤਾ ਜੀ ਐਂ ਕਰਦੇ ਨੇ, ਮੇਰੇ ਪਾਪਾ ਜੀ ਚਲੇ ਗਏ, ਮੇਰੀ ਮੰਮੀ ਗਰੀਬ ਘਰ ਹੈ, ਫਲਾਨਾ ਕੀ ਕਰਦਾ ਹੈ, ਅੱਛਾ ਕਿੰਨਾ ਕੁ ਗਰੀਬ ਹੈ, ਬਹੁਤ ਗਰੀਬ ਆ। ਇੰਸਟਾਗ੍ਰਾਮ ਕਿਵੇਂ ਚਲਾ ਰਿਹਾ? ਕਿੰਨਾ ਗਰੀਬ ਹੈ? ਲਿਖਣਾ ਤਾਂ ਤੈਨੂੰ ਆਉਂਦਾ, ਤੇਰੇ ਕੋਲੇ ਅੱਖਰ ਨੇ, ਫਿਰ ਤੂੰ ਗਰੀਬ ਕਿੱਥੋਂ ਹੈ? ਤੂੰ ਕਹਿੰਦਾ ਮੈਂ ਐਕਟਰ ਬਣਨਾ ਚਾਹੁੰਦਾ ਹੈ, ਤੈਨੂੰ ਟ੍ਰੇਨਿੰਗ ਦਵਾ ਦਿੰਦੇ ਆ ਕਿਸੇ ਥੀਏਟਰ ਵਾਲੇ ਨੂੰ ਜੁਆਇਨ ਕਰਨਾ। ਨਹੀਂ ਥੀਏਟਰ ਤਾਂ ਮੈਂ ਕਰਦਾ। ਮੈਂ ਕਿਹਾ ਫਿਰ ਤਾਂ ਤੂੰ ਐਕਟਰ ਹੈ। ਹਾਂਜੀ। ਮੈਂ ਕਿਹਾ ਤੂੰ ਨਾਲ ਤੂੰ ਕਹਿੰਦਾ ਐਕਟਰ ਬਣਨਾ, ਨਹੀਂ ਮੈਂ ਫਿਲਮਾਂ ਦੇ ਵਿੱਚ ਕੰਮ ਕਰਨਾ। ਮੈਂ ਕਿਹਾ ਨਾ ਤੂੰ ਫਿਰ ਇਹ ਨਾ ਕਹਿ ਮੈਂ ਐਕਟਰ ਬਣਨਾ, ਤੂੰ ਕਹਿ ਮੈਂ ਫਿਲਮਾਂ ਦੇ ਵਿੱਚ ਆਉਣਾ ਚਾਹੁੰਦਾ, ਫਿਲਮਾਂ ਦੇ ਵਿੱਚ ਆਉਣਾ ਚਾਹੁੰਦਾ। ਗਰੀਬੀ ਸਾਡੀ ਅਕਲ ਦੇ ਵਿੱਚ ਇੱਥੇ ਤੱਕ, ਮਿੰਨਤਾਂ ਤਰਲੇ, ਤੁਸੀਂ ਤਾਂ ਹੁਣ ਵੱਡੇ ਹੋ ਗਏ, ਤੁਹਾਡੀ ਤਾਂ ਹੁਣ ਹਵਾ ਖਰਾਬ ਹੋ ਗਈ, ਤੁਸੀਂ ਤਾਂ ਹੁਣ ਕਿਸੇ ਨੂੰ ਪੁੱਛਦੇ ਨਹੀਂ। ਮੈਂ ਤਾਂ ਕਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਕਦੇ ਥੀਏਟਰ ਡਿਪਾਰਟਮੈਂਟ ਦੇ ਵਿੱਚ, ਦੇਸ਼ ਭਗਤ ਦੇ ਵਿੱਚ ਕਦੇ ਵੀ ਨਹੀਂ ਕਿਹਾ ਸੀ ਕਿ ਮੈਂ ਅਗਨੀ ਪਰ ਹੱਥ ਰੱਖ ਕੇ ਅੱਜ ਕਹਿ ਰਹਾ ਹੂੰ ਕਿ ਜਿਸ ਦਿਨ ਬੜਾ ਆਦਮੀ ਬਣ ਗਿਆ ਸਭ ਕੀ ਮਦਦ ਕਰੂੰਗਾ। ਮੈਂ ਕਦ ਕਿਹਾ ਸੀ? ਤੂੰ ਮੇਰੇ ਤੋਂ ਕਿੰਨੇ ਸਾਲਾਂ ਬਾਅਦ ਜੰਮਿਆ, ਤੁਸੀਂ ਲਾਂਭਾ ਦੇ ਰਹੇ ਹੋ, ਤਾਂ ਲਾਂਭਾ ਦੇ ਰਿਹਾ, ਤਾਂ ਸ਼ਿਕਾਇਤ ਕਰ ਰਿਹਾ, ਤਾਂ ਇਹੋ ਜਿਹੀ ਗੱਲ ਕਰ ਰਿਹਾ ਕਿਉਂਕਿ ਅੰਦਰ ਲਿਆਕਤ ਨਹੀਂ ਹੈ। ਚਮਤਕਾਰ ਘਾਲਦੇ ਆ ਕਿ ਇਦਾਂ ਹੀ ਹੋ ਜੇ ਸਾਰਾ ਕੁਝ, ਇਦਾਂ ਹੀ ਹੋ ਜੇ ਸਾਰਾ ਕੁਝ, ਇਦਾਂ ਹੀ ਹੋ ਜੇ ਸਾਰਾ ਕੁਝ। ਮੈਨੂੰ ਕਿਹੜਾ ਪਹਿਲੇ ਦਿਨ ਹੀ ਮਿਲ ਗਈ ਸਾਰੀ ਚੀਜ਼?
ਜਿੱਦੇ ਮੈਂ 35 ਸਾਲਾਂ ਦਾ ਸੀ ਉਦੋਂ ਮੈਨੂੰ ਪਹਿਲੀ ਫਿਲਮ ਮਿਲੀ ਸੀ। 35 ਸਾਲਾਂ ਦਾ ਹੋਣ ਤੱਕ ਜਿੱਦੇ ਮੈਂ ਪਹਿਲੀ ਫਿਲਮ ਕੀਤੀ ਸੀ ਉਦੋਂ ਮੇਰੇ ਕੀਤੇ ਹੋਏ ਨਾਟਕਾਂ ਦੀ ਗਿਣਤੀ 65 ਸੀ, 65 ਸੀ। MA ਥੀਏਟਰ ਦੀ ਕਰ ਚੁੱਕਿਆ ਸੀ, 3 ਸਾਲ ਰੇਡੀਓ ਕਰ ਚੁੱਕਿਆ ਸੀ। ਸੋ ਸਟੈਪ ਬਾਈ ਸਟੈਪ, ਨਾ ਕਿਸੇ ਦੀ ਮਿਹਨਤ ਕੀਤੀ, ਨਾ ਤਰਲਾ ਕੀਤਾ, ਨਾ ਉਲਾਂਭਾ ਦਿੱਤਾ। ਅੱਜ ਵੀ ਨਹੀਂ ਉਲਾਂਭਾ ਦੇਣਾ, ਅੱਜ ਆਪਣੇ ਆਪ ਦੇ ਵਿੱਚ ਫੇਥ ਹੈ। ਪਰ ਮੈਂ ਸਾਰਾ ਕੁਝ ਜੋ ਵੀ ਕਰੀ ਜਾਵਾਂ, ਜੇ ਮੇਰੀ ਜ਼ਿੰਦਗੀ ਦੇ ਵਿੱਚੋਂ ਕਿਤਾਬਾਂ ਕੱਢ ਲਓ, ਸ਼ਬਦ ਕੱਢ ਲਓ, ਮੇਰੇ ਅੱਛੇ ਲੇਖਕ ਕੱਢ ਲਓ, ਮੇਰੇ ਚੰਗੇ ਮਿੱਤਰ ਕੱਢ ਲਓ, ਮੈਨੂੰ ਚੰਗੇ ਮਿੱਤਰ ਵੀ ਤਾਂ ਚੁਣਨੇ ਆਏ ਜੇ ਮੇਰੇ ਕੋਲ ਕਿਤਾਬਾਂ ਆਈਆਂ। ਸੋ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਕਿਤਾਬਾਂ ਕੱਢ ਲਓਗੇ ਕੁਛ ਨਹੀਂ ਬਚਦਾ। ਸੋ ਜਿਨ੍ਹਾਂ ਕੋਲੇ ਕੁਝ ਨਹੀਂ ਹੈਗਾ, ਆਹ ਚੀਜ਼ ਕਈ ਨਾ ਤਾਜ਼ੀ ਦੀ ਤਾਜ਼ੀ ਫੜਾ ਦਿੰਦੇ ਨੇ ਜਾ ਕੇ। ਜੇ ਉੱਪਰ ਕੁਛ ਹੈਗਾ, ਵੈਸੇ ਤਾਂ ਜਿੰਨੀ ਮਰਜ਼ੀ ਲੰਬੀ ਫਲਾਈਟ ਲੈ ਜਾਓ, 39,000 ਫੁੱਟ ਦੇ ਉੱਤੇ ਜਾਂਦੇ ਆ ਤਾਂ ਉਹ ਪਤਾ ਲੱਗਦਾ ਵੀ ਇੱਕ ਸਕਾਈ ਉੱਪਰ ਹੈ, ਇੱਕ ਥੱਲੇ ਆ। ਆਪਾਂ ਕਹਿੰਦੇ ਜਿਹੜਾ ਦਿਖਾਉਂਦੇ ਨੇ ਧਰਮਰਾਜੀ ਫੈਸਲਾ ਕਰਦੇ ਨੇ ਉਹ ਕਿੱਥੇ ਬਹਿੰਦੇ ਨੇ, ਉਹ ਦਿਖੇ ਨਹੀਂ ਕਦੇ ਅੱਜ ਤੱਕ ਫਲਾਈਟ 'ਚ ਜਾਂਦੇ ਹੋਏ। ਦੇਖਣ ਦੀ ਕੋਸ਼ਿਸ਼ ਕਦੇ ਰਾਕਟ ਰੁਕਟ ਜਾ ਕੇ ਦੇਖਾਂਗੇ, ਸ਼ਾਇਦ ਕਦੇ ਮਿਲ ਜਾਣ। ਪਰ ਕਈ ਜੇ ਮੰਨ ਲਓ ਉੱਥੇ ਜਾਂਦੇ ਨੇ, ਕਈ ਤਾਂ ਫਰੈਸ਼ ਹੀ ਫੜਾ ਦਿੰਦੇ ਨੇ ਵੀ ਜਿਵੇਂ ਦਿੱਤਾ ਸੀ ਉਵੇਂ ਹੀ ਵਾਪਸ ਕਰ ਰਿਹਾ, ਧਰਮ ਨਾਲ ਮੈਂ ਜਮੇ ਨਹੀਂ ਵਰਤਿਆ, ਆ ਲੈ। ਇਹਨੂੰ ਜਿੰਨਾ ਰਗੜੋਗੇ, ਜਿੰਨਾ ਵਰਤ ਲਓਗੇ, ਓਨੇ ਚੰਗੇ ਰਹੋਗੇ। ਮਿਹਨਤ ਤਰਲਿਆਂ ਦੇ ਵਿੱਚ ਕੱਢ ਲਓ ਆਪਣੇ ਆਪ ਨੂੰ, ਆਪਣੇ ਆਪ ਨੂੰ ਉਲਾਂਭਿਆਂ ਦੇ ਵਿੱਚੋਂ ਕੱਢ ਲਓ, ਆਪਣੇ ਆਪ ਨੂੰ ਸ਼ਬਦ ਦੇ ਨਾਲ ਜੋੜ ਲਓ। ਜੇ ਨਾ ਨਹੀਂ ਸ਼ਬਦ ਦੇ ਨਾਲ ਜੋੜਨਾ, ਨਹੀਂ ਲਿਆਕਤ ਨਾਲ ਜੋੜਨਾ, ਜੇ ਉਲਾਂਭਿਆਂ 'ਚ ਸ਼ਿਕਾਇਤਾਂ 'ਚ ਰਹਿਣਾ, ਜੇ ਕੋਈ ਕਰਾਮਾਤ ਭਾਲਣੀ ਹੈ, ਜੇ ਕੋਈ ਜਾਦੂ ਭਾਲਣੀ ਹੈ, ਫਿਰ ਗੁਰੂ ਨਾਨਕ ਦੇਵ ਜੀ ਦੇ ਨਾਂ ਥੱਲੇ, ਉਹਨਾਂ ਥੱਲੇ ਫਿਰ ਉਹਨਾਂ ਨੂੰ ਹੱਥ ਜੋੜਨੇ ਛੱਡ ਦਿਓ। ਫਿਰ ਭਗਤ ਸਿੰਘ ਦਾ ਨਾਂ ਲੈਣਾ ਛੱਡ ਦਿਓ। ਭਗਤ ਸਿੰਘ ਦੇ ਨਾਂ ਤੇ ਨਾਅਰੇ ਲਾਈ ਜਾਂਦੇ ਆ। ਇੱਥੇ ਵੀ ਬਹੁਤ ਮੁੰਡੇ ਹੋਣਗੇ, ਸੱਚੋ ਸੱਚੀ ਦੱਸੋ ਵੀ ਕਿਹੜੇ ਨੇ ਤੁਹਾਡੇ ਚੋਂ ਹੱਥ ਖੜਾ ਕਰਕੇ, ਸੱਚੋ ਕੋਈ ਸ਼ਾਬਾਸ਼ ਲੈਣ ਲਈ ਨਹੀਂ, ਵੀ ਜਿਹਨੇ ਭਗਤ ਸਿੰਘ ਦੀਆਂ ਕਿਤਾਬਾਂ ਪੜ੍ਹੀਆਂ ਨੇ। ਸੋ ਇਹ ਦੋ ਜਣਿਆਂ ਦੀ ਇਮਾਨਦਾਰੀ ਹੈ। ਸੋ ਇੱਥੇ ਗੱਲ ਖਤਮ ਕਰਦਾ। ਜਿੰਨੀ ਦੇਰ ਦੋ ਹੱਥ ਖੜੇ ਰਹਿਣਗੇ, ਇਹ ਲੀਡਰ, ਇਹ ਆਸੇ ਪਾਸੇ ਵਾਲੇ ਤੁਹਾਡੀਆਂ ਚੰਗਿਆੜਾਂ ਕਢਾਉਂਦੇ ਰਹਿਣਗੇ ਤੇ ਤੁਹਾਡੇ ਹੱਥ ਖੜੇ ਕਰਾਉਂਦੇ ਰਹਿਣਗੇ। ਭਗਤ ਸਿੰਘ ਨੂੰ ਤੁਹਾਡੇ ਨਾਅਰਿਆਂ ਦੀ, ਤੁਹਾਡੇ ਸਲੂਟ ਦੀ ਲੋੜ ਨਹੀਂ ਹੈ। ਉਸ 23 ਸਾਲਾਂ ਦੇ ਨੌਜਵਾਨ ਨੂੰ ਉਸ ਚੀਜ਼ ਦੀ ਲੋੜ ਹੈ ਜਿੱਥੇ ਕਿਤਾਬ ਫਾਂਸੀ ਚੜ੍ਹਨ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਪੜ੍ਹ ਰਿਹਾ ਸੀ ਤੇ ਜਿਹਨੂੰ ਪਤਾ ਸੀ ਮੈਂ ਫਾਹੇ ਲੱਗਣਾ, ਫਿਰ ਵੀ ਵਰਕਾ ਮੋੜ ਰਿਹਾ ਸੀ। ਵਰਕਾ ਅਸੀਂ ਉਦੋਂ ਮੋੜਦੇ ਜਦੋਂ ਸਾਨੂੰ ਪਤਾ ਹੁੰਦਾ ਇੱਥੋਂ ਪੜ੍ਹਨਾ ਸ਼ੁਰੂ ਕਰਨਾ। ਇੰਨਾ ਆਸ਼ਾਵਾਦੀ 23 ਸਾਲਾਂ ਦਾ ਨੌਜਵਾਨ ਜਿੰਨੀਆਂ ਕਿਤਾਬਾਂ ਪੜ੍ਹ ਗਿਆ, ਅੱਜ 50 ਸਾਲ ਦੀ ਉਮਰ ਕੋਈ ਮੈਂ ਨਹੀਂ ਪੜ੍ਹ ਸਕਿਆ, ਉਹਨਾਂ ਗਿਆਨ ਨਹੀਂ ਹਾਸਲ ਕਰ ਸਕਿਆ। ਸੋ ਨੌਜਵਾਨੋ, ਭਵਿੱਖ ਤੁਹਾਡੇ ਹੱਥ ਹੈ, ਤੁਹਾਡੇ ਆਪਣੇ ਹੱਥ ਦੇ ਵਿੱਚ ਹੈ। ਕਿਸੇ ਨੇ ਚਮਤਕਾਰ ਨਹੀਂ ਕਰਨਾ, ਕੋਈ ਧਾਗੇ ਤਵੀਤ ਦਾ ਅਸਰ ਨਹੀਂ ਹੋਣਾ। ਅੱਜ ਤੋਂ ਬਾਅਦ 23 ਮਾਰਚ ਨੂੰ ਜੇ ਭਗਤ ਸਿੰਘ ਨੂੰ ਸਲੂਟ ਮਾਰਨਾ, ਉਦੋਂ ਮਾਰਿਓ ਜਿੱਦੇ ਭਗਤ ਸਿੰਘ ਦੇ ਲਿਖੇ ਹੋਏ ਅੱਖਰ ਪੜ੍ਹ ਲਏ। ਲਵ ਯੂ ਆਲ, ਥੈਂਕ ਯੂ ਵੈਰੀ ਮਚ।